when the Arden celebrated her child's second birthday. I missed you already. He's 5 now. Every day, every night when I call him, because back then it's morning in India. He just asked me, Mama, कब कोरोना वायरस जाएगा, कब बॉर्डर खोलेंगे, कब मैं आऊँगा, आपने तो वीज़ा भी भेज दिया. I have no answer. मेरा पार्टनर उत्थे आ, बाकी उत्थे हुण मैनूं कल्ली नूं मेरे ते सारा बर्डन आया होया, जिद्दां हाउस रेंट पे करना है, बाकी गड्डी दी किश्त आ, होर काफ़ी चीज़ां आ जिहड़ियां मैनूं कल्ली नूं मैनेज करनियां पै रहीआं. उहदे करके इन्ना ज़्यादा स्ट्रैस ते डिप्रैस रहनी आया. मैं किन्नी बार सारा कुछ अप्लाई किया बट कोई फायदा नहीं होया उन्हां चीज़ां दा. ਇਹਦੇ ਵਿੱਚ ਇੰਡੀਆ 'ਚ ਵੀ ਪੇਰੈਂਟਸ ਤੋਂ ਜੋਬ ਹੈ ਨਹੀਂ ਕਿ ਮੇਰੇ ਕੋਲ ਵੀ ਇੱਥੇ ਜੋਬ ਹੈ ਨਹੀਂ, ਜਿਹਦੇ ਨਾਲ ਫੀਸਾਂ ਜਿਹੜੀਆਂ ਬਹੁਤ ਜ਼ਿਆਦਾ ਪੇ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਪਈਆਂ. ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ. ਮੈਂ ਹਰਮਨਪ੍ਰੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ, ਅਤੇ ਇਸ ਟਾਈਮ ਮੈਂ ਖੜਾ ਆਕਲੈਂਡ ਦੇ ਓਟੀਆ ਸਕੁਆਇਰ ਏਰੀਆ ਵਿੱਚ, ਜਿੱਥੇ ਅੱਜ ਮਾਈਗਰੈਂਟ ਵਰਕਰਸ ਐਸੋਸੀਏਸ਼ਨ ਜਿਹੜੀ ਆ ਉਹਦੇ ਵੱਲੋਂ ਰੋਸ ਧਰਨਾ ਜਿਹੜਾ ਦਿੱਤਾ ਜਾ ਰਿਹਾ, ਅਤੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਉਹ ਹੈਗੀਆਂ ਕਿ ਜਿਹੜੇ ਮਾਈਗਰੈਂਟਸ ਆਪਣੇ ਵਿਦੇਸ਼ਾਂ ਵਿੱਚ ਫਸੇ ਹੋਏ ਆ, ਕੋਵਿਡ ਤੋਂ ਬਾਅਦ ਜਿਹੜੀ ਸਿਚੁਏਸ਼ਨ ਆ, ਦਿਨ ਪ੍ਰਤੀ ਦਿਨ ਜਿਹੜੇ ਵੀਜ਼ੇ ਆ ਡਿਲੇ ਹੋ ਰਹੇ ਆ, ਜਾਂ ਮਾਈਗਰੈਂਟ ਜਿਹੜੇ ਫਸੇ ਹੋਏ ਆ ਬਾਰਡਰ ਬੰਦ ਹੋਣ ਕਰਕੇ ਨਹੀਂ ਆ ਸਕਦੇ, ਅਤੇ ਉਹਨਾਂ ਨੂੰ ਵਾਪਸ ਬੁਲਾਇਆ ਜਾਵੇ. ਅਤੇ ਇਹਨਾਂ ਸਾਰੀਆਂ ਮੰਗਾਂ ਦੇ ਸੰਬੰਧ ਵਿੱਚ ਮੇਰੇ ਨਾਲ ਇਸ ਟਾਈਮ ਖੜ੍ਹੇ ਨੇ ਅਨੂ ਕਲੋਟੀ ਜੀ, ਜਿਹੜੇ ਪ੍ਰੈਜ਼ੀਡੈਂਟ ਨੇ ਵਰਕਰ ਐਸੋਸੀਏਸ਼ਨ ਦੇ. ਅਨੂ ਜੀ, ਪਹਿਲਾਂ ਅਜੀਤ ਵੈਬ ਟੀਵੀ 'ਤੇ ਸਵਾਗਤ ਹੈ ਤੁਹਾਡਾ. ਸ਼ੁਕਰੀਆ ਬਾਬਾ ਜੀ. ਅਤੇ ਜਿਹੜਾ ਅੱਜ ਤੁਸੀਂ ਰੋਸ ਪ੍ਰਦਰਸ਼ਨ ਇੱਥੇ ਕਰ ਰਹੇ ਹੋ, ਕੀ ਹੈ ਸਾਰਾ ਇਹ, ਕਿਉਂ ਕਰ ਰਹੇ ਹੋ, ਕੀ ਲੋੜ ਪਈ ਹੈ ਇਹਦੀ? ਨਿਊਜ਼ੀਲੈਂਡ ਦਾ ਬਾਰਡਰ ਮਾਰਚ ਦੇ ਮਿਡਲ ਐਂਡ ਜੇ 'ਚ ਬੰਦ ਕੀਤਾ ਗਿਆ, ਤੋ ਜਿਹੜੇ ਮਾਈਗਰੈਂਟ ਵਰਕਰ ਸਿਰਫ ਭਾਰਤੀ ਮੂਲ ਦੇ ਨਹੀਂ, ਹੋਰ ਦੇਸ਼ਾਂ ਦੇ ਵੀ ਦੇਸ਼ ਤੋਂ ਬਾਹਰ ਸਨ ਛੁੱਟੀਆਂ ਵਾਸਤੇ ਜਾਂ ਆਪਣੇ ਪਰਿਵਾਰਾਂ ਨੂੰ ਮਿਲਣ ਵਾਸਤੇ, ਜਿਹੜੇ ਵਤਨ ਪਰਤੇ ਸਨ, ਉਹ ਬਾਰਡਰ ਬੰਦ ਹੋਣ ਕਰਕੇ ਉਹ ਉੱਥੇ ਹੀ ਫਸ ਗਏ. ਸੋ ਦੱਸਿਆ ਜਾ ਰਿਹਾ ਕਿ ਇਸ ਵਕਤ ਕੋਈ 40,000 ਦੇ ਕਰੀਬ ਟੈਂਪਰੇਰੀ ਵੀਜ਼ਾ ਹੋਲਡਿੰਗ ਮਾਈਗਰੈਂਟ ਵਰਕਰ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਨੇ. ਤੋ ਨਿਊਜ਼ੀਲੈਂਡ ਦੀ ਜਿਹੜੀ ਪਾਲਿਸੀ ਹੈ ਕਿ ਸਿਰਫ ਨਿਊਜ਼ੀਲੈਂਡ ਦੇ ਨਾਗਰਿਕ ਔਰ ਪਰਮਾਨੈਂਟ ਰੈਜ਼ੀਡੈਂਟ ਹੀ ਵਾਪਸ ਆ ਸਕਦੇ ਨੇ, ਉਹ ਵੀ ਸਪੈਸ਼ਲ ਫਲਾਈਟਸ 'ਤੇ, ਔਰ ਆ ਕੇ ਇੱਥੇ ਫਿਰ 14 ਦਿਨ ਦਾ ਕੁਆਰੰਟੀਨ ਉਹਨਾਂ ਨੂੰ ਕਰਨਾ ਪੈਂਦਾ ਹੈ. ਔਰ ਸਭ ਤੋਂ ਸੁਖਾਲਾ ਔਰ ਸੇਫੈਸਟ ਤਰੀਕਾ ਇਹੋ ਹੀ ਹੈ ਕੋਵਿਡ-19 ਦੀ ਜਿਹੜਾ ਫੈਲਾਅ ਉਹਨੂੰ ਰੋਕਣ ਵਾਸਤੇ. ਤੋ ਉਹ ਅਸੀਂ ਸਮਝਦੇ ਹਾਂ ਗੱਲ. ਤੋ ਅਸੀਂ ਇਸ ਵਕਤ ਇਹ ਮੰਗ ਨਹੀਂ ਕਰ ਰਹੇ ਕਿ ਬਾਰਡਰ ਖੋਲ੍ਹਿਆ ਜਾਵੇ. ਅਸੀਂ ਇਹ ਪੁਆਇੰਟ ਰੱਖ ਰਹੇ ਹਾਂ ਕਿ ਵਾਇਰਸ ਹੈ ਜਿਹੜਾ ਉਹ ਕਿਸੇ ਨੂੰ ਇਨਫੈਕਟ ਕਰਨ ਲੱਗਿਆ ਇਹ ਨਹੀਂ ਦੇਖਦਾ ਕਿ ਇਹ ਨਾਗਰਿਕ ਹੈ ਜਾਂ ਇਹ ਟੈਂਪਰਰੀ ਵੀਜ਼ਾ ਹੋਲਡਰ ਹੈ. ਹਰ ਇੱਕ ਵਿਅਕਤੀ ਓਨਾ ਹੀ ਰਿਸਕ ਜਿਹੜਾ ਉਹ ਪ੍ਰੈਜ਼ੈਂਟ ਕਰਦਾ ਹੈ ਵਾਇਰਸ ਨੂੰ ਲੈ ਕੇ. ਤੋ ਜਾਂ ਤਾਂ ਕਿਸੇ ਨੂੰ ਵੀ ਨਾ ਆਉਣ ਦਿੱਤਾ ਜਾਏ, ਜਾਂ ਫਿਰ ਪ੍ਰਾਇਓਰਿਟੀ ਬਣਾ ਕੇ ਜਿਹੜੇ ਲੋਕਾਂ ਦੀ ਇੱਥੇ ਸਖਤ ਜ਼ਰੂਰਤ ਹੈ ਉਹਨਾਂ ਨੂੰ ਆਉਣ ਦਿੱਤਾ ਜਾਵੇ. ਸੋ ਇਹ ਜਿਹੜਾ ਇਹਨਾਂ ਨੇ ਆਧਾਰ ਚੁਣਿਆ ਹੈ ਕਿ ਨਾਗਰਿਕ ਔਰ ਰੈਜ਼ੀਡੈਂਟ ਆਉਣਗੇ, ਇਹ ਸਾਨੂੰ ਸਹੀ ਨਹੀਂ ਲੱਗਦਾ. ਤੋ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਜਿਹੜੇ ਟੈਂਪਰਰੀ ਵੀਜ਼ਾ ਵਾਲੇ ਬਾਹਰ ਫਸ ਗਏ ਨੇ, ਬੇਸ਼ੱਕ ਉਹਨਾਂ ਲਈ ਬਾਰਡਰ ਨਾ ਖੋਲ੍ਹੋ, ਪਰ ਉਹਨਾਂ ਨੂੰ ਇੱਕ ਠੋਸ ਤਰੀਕੇ ਨਾਲ, ਸੋਲਿਡ ਤਰੀਕੇ ਨਾਲ ਭਰੋਸਾ ਦਿਵਾਇਆ ਜਾਵੇ ਗਵਰਨਮੈਂਟ ਵੱਲੋਂ ਕਿ ਜਦੋਂ ਵੀ ਬਾਰਡਰ ਖੁੱਲ੍ਹੇਗਾ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਹੋਏਗੀ. ਦੂਸਰਾ, ਜਿਹੜਾ ਇੱਥੇ ਨਿਊਜ਼ੀਲੈਂਡ 'ਚ ਜਿਹੜੇ ਕਾਫੀ ਸਾਰੇ ਲੋਕ ਸਫ਼ਰ ਕਰ ਰਹੇ ਨੇ ਵੀਜ਼ਿਆਂ ਵਾਲੇ, ਜਿਨ੍ਹਾਂ ਦੇ ਵੀਜ਼ੇ ਅਟੈਚ ਸਨ, ਐਸੈਂਸ਼ੀਅਲ ਸਕਿੱਲ ਵਰਕ ਵੀਜ਼ਾ, ਵਰਕ ਟੂ ਰੈਜ਼ੀਡੈਂਸ, ਉਹਨਾਂ ਦੀਆਂ ਜੋਬ ਨਹੀਂ ਰਹੀਆਂ ਕੋਵਿਡ-19 ਕਰਕੇ. ਤਾਂ ਅਸੀਂ ਇਹ ਮੰਗ ਕਰ ਰਹੇ ਹਾਂ ਕਿ ਉਹ ਵੀਜ਼ੇ ਸਾਰੇ ਓਪਨ ਕਰ ਦਿੱਤੇ ਜਾਣ, ਤਾਂ ਕਿ ਉਹ ਲੋਕ ਜਿੱਥੇ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਰੁਜ਼ਗਾਰ ਮਿਲਦਾ ਉਹ ਕੰਮ ਕਰ ਸਕਣ, ਤਾਂ ਕਿ ਉਹਨਾਂ ਦਾ ਕੋਈ ਇਨਕਮ ਦਾ ਸਾਧਨ ਹੋਵੇ. ਔਰ ਇਸ ਵਕਤ ਇਹ ਵੀ ਸਾਹਮਣੇ ਆ ਰਿਹਾ ਕਿ ਕਾਫੀ ਸਾਰੇ ਇੰਪਲੋਇਰ ਨੇ ਜਿਹੜੇ ਜਿਸ ਤਰ੍ਹਾਂ ਡੇਅਰੀ ਫਾਰਮਸ 'ਚ ਨੇ, ਫਰੂਟ ਪਿਕਿੰਗ 'ਚ ਨੇ, ਉਹਨਾਂ ਨੂੰ ਸਟਾਫ ਹੀ ਨਹੀਂ ਮਿਲ ਰਿਹਾ. ਤਾਂ ਉਹਨਾਂ ਦੀ ਵੀ ਥੋੜ੍ਹੀ ਮਦਦ ਹੋਏਗੀ, ਇੰਪਲੋਇਰਸ ਦੀ ਵੀ, ਅਗਰ ਵੀਜ਼ੇ ਓਪਨ ਹੋਣਗੇ. ਅਗਲਾ ਪੁਆਇੰਟ ਇਹ ਹੈ ਕਿ ਇਨਕਮ ਦਾ ਕੋਈ ਸਾਧਨ ਨਹੀਂ ਰਹਿ ਗਿਆ ਜਿਨ੍ਹਾਂ ਕੋਲ ਜੋਬ ਨਹੀਂ ਹੈ. ਤਾਂ ਇੱਥੇ ਦਾ ਜਿਹੜਾ ਸੋਸ਼ਲ ਵੈਲਫੇਅਰ ਵਾਲਾ, ਬੈਨੀਫਿਟਸ ਵਾਲਾ ਜਿਹੜਾ ਕਾਨੂੰਨ ਹੈ, ਸੋਸ਼ਲ ਸਿਕਿਉਰਿਟੀ ਐਕਟ, ਉਹਦੇ ਵਿੱਚ ਇੱਕ ਸੈਕਸ਼ਨ ਹੈ, ਸੈਕਸ਼ਨ 64, ਉਹ ਸਰਕਾਰ ਨੂੰ ਇਜਾਜ਼ਤ ਦਿੰਦਾ ਆ ਕਿ ਐਮਰਜੈਂਸੀ ਦੀ ਸਿਚੁਏਸ਼ਨ 'ਚ, ਜਿਹੜੀ ਕਿ ਹੁਣ ਦੇਸ਼ ਦੀ ਹੈ, ਕਿਸੇ ਵੀ ਵਿਅਕਤੀ ਨੂੰ ਜਿਹੜੇ ਅਨਇੰਪਲੋਇਮੈਂਟ ਬੈਨੀਫਿਟ ਨੇ ਉਹ ਦਿੱਤੇ ਜਾ ਸਕਦੇ ਨੇ. ਸੋ ਸਾਡੀ ਇਹ ਵੀ ਮੰਗ ਹੈ ਕਿ ਉਹ ਕਾਨੂੰਨ ਜਿਹੜਾ ਹੈ ਉਹ ਲਾਗੂ ਕੀਤਾ ਜਾਵੇ. ਅਤੇ ਜਿਵੇਂ ਤੁਸੀਂ ਗੱਲ ਕੀਤੀ ਸੀ ਵੀਜ਼ਿਆਂ ਦੀ, ਅਤੇ ਨਿਊਜ਼ੀਲੈਂਡ ਸਰਕਾਰ ਨੇ ਇੱਥੇ ਵੀਜ਼ੇ ਵਧਾਏ ਵੀ ਆ ਪਿੱਛੇ ਹੁਣ 6-6 ਮਹੀਨੇ ਦੇ, ਅਤੇ ਜਿਹੜੇ ਮਾਈਗਰੈਂਟਸ ਦੇ ਆਉਣ ਦੀ ਗੱਲ ਹੈ, ਬਹੁਤ ਸਾਰੇ ਮਾਈਗਰੈਂਟਸ ਇਸ ਤਰ੍ਹਾਂ ਦੇ ਵੀ ਹੈਗੇ ਆ ਜਿਹੜੇ ਆਏ ਹੈ, ਉਹਨਾਂ ਦੇ ਵਰਕ ਵੀਜ਼ੇ ਸੀ ਜਿਨ੍ਹਾਂ ਵਿੱਚ ਨਰਸਿੰਗ ਹੋ ਗਿਆ ਜਾਂ ਕੁਛ ਹੋਰ ਹੈ, ਉਹਨਾਂ ਨੂੰ ਆਉਣ ਲਈ ਪਰਮਿਸ਼ਨ ਹੈ ਜਿਹੜੀ ਮਿਲੀ ਹੈ,
ਤੇ ਕਿਹਨਾਂ ਦੀ ਤੁਸੀਂ ਸਪੈਸ਼ਲੀ ਗੱਲ ਕਰ ਰਹੇ ਹੋ ਜਿਹੜੇ ਨਹੀਂ ਆ ਸਕਦੇ? ਸੋ ਇਹਨਾਂ ਨੇ ਜਿਨ੍ਹਾਂ ਨੂੰ ਐਸੈਂਸ਼ੀਅਲ ਵਰਕਰ ਜਾਂ ਹੈਲਥ ਕੇਅਰ ਵਰਕਰ ਜਿਹੜੇ ਸਨ ਉਹਨਾਂ ਨੂੰ ਐਕਸੈਪਸ਼ਨ ਦਿੱਤੀ ਟਰੈਵਲ ਕਰਨ ਲਈ ਔਰ ਆਉਣ ਦੀ, ਪਰ ਉਹਨਾਂ ਵਿੱਚ ਵੀ ਬਹੁਤ ਸਾਰੀਆਂ ਕੇਸ ਸਟੱਡੀ ਸਾਡੇ ਕੋਲ ਇਸ ਤਰ੍ਹਾਂ ਦੀਆਂ ਨੇ ਕਿ ਉਹ ਬਾਰ-ਬਾਰ ਐਕਸੈਪਸ਼ਨ ਲਈ ਅਪਲਾਈ ਕਰਦੇ ਨੇ ਤੇ ਉਹਨਾਂ ਨੂੰ ਨਹੀਂ ਮਿਲਦੀ, ਹਾਲਾਂਕਿ ਉਹ ਐਸੈਂਸ਼ੀਅਲ ਵਰਕਰ ਨੇ। ਮੈਨੂੰ ਨਹੀਂ ਪਤਾ ਕਿ ਕਿਹੜੇ ਆਧਾਰ ਤੇ ਸਿਲੈਕਟ ਕਰ ਰਹੇ ਨੇ, ਸ਼ਾਇਦ ਇਹਦੇ 'ਚ ਥੋੜਾ ਨਸਲੀ ਵਿਤਕਰਾ ਵੀ ਹੋਵੇ, ਸਾਨੂੰ ਇਹ ਖਦਸ਼ਾ ਹੈ। ਪਰ ਪੁਆਇੰਟ ਫਿਰ ਉੱਥੇ ਦਾ ਉੱਥੇ ਹੀ ਹੈ ਕਿ ਅਗਰ ਨਹੀਂ ਆਉਣ ਦੇਣਾ ਤਾਂ ਕਮ ਸੇ ਕਮ ਉਹਨਾਂ ਨੂੰ ਭਰੋਸਾ ਦਿਵਾਇਆ ਜਾਵੇ, ਆਸ਼ਵਾਸਨ ਦਿਵਾਇਆ ਜਾਏ ਕਿ ਜਦੋਂ ਬਾਰਡਰ ਖੁੱਲ੍ਹੇਗਾ ਉਦੋਂ ਉਹਨਾਂ ਨੂੰ ਆਉਣ ਦਿੱਤਾ ਜਾਏਗਾ ਔਰ ਜਿੰਨਾ ਵੀ ਉਹਨਾਂ ਦਾ ਨੁਕਸਾਨ ਹੋ ਰਿਹਾ ਹੈ ਉਹਨਾਂ ਦੇ ਗੈਰ ਹਾਜ਼ਰ ਹੋਣ ਕਰਕੇ ਉਹ ਉਹਨਾਂ ਦੇ ਨੁਕਸਾਨ ਦੀ ਭਰਪਾਈ ਵੀ ਕੀਤੀ ਜਾਏਗੀ, ਚਾਹੇ ਉਹ ਅਨਇੰਪਲੋਇਮੈਂਟ ਬੈਨੀਫਿਟ ਦੇ ਕੇ ਹੈ, ਚਾਹੇ ਉਹਨਾਂ ਦੇ ਉਹ ਵੀਜ਼ੇ ਐਕਸਟੈਂਡ ਕਰਕੇ ਹੈ। ਤਾਂ ਇਹਨਾਂ ਨੂੰ ਇੱਕ ਡੈਫੀਨਿਟ ਸਟੇਟਮੈਂਟ ਦੇਣ ਦੀ ਜ਼ਰੂਰਤ ਹੈ ਕਿਉਂਕਿ ਮਾਈਗਰੈਂਟਸ ਜਿਹੜੇ ਨੇ ਇੱਥੋਂ ਤੱਕ ਪਰੇਸ਼ਾਨ ਹੋ ਚੁੱਕੇ ਨੇ ਕਿ ਇੱਥੇ ਕੁਈਨਸ ਟਾਊਨ ਵਿੱਚ 4 ਮਾਈਗਰੈਂਟ ਵਰਕਰ ਖੁਦਕੁਸ਼ੀ ਕਰ ਚੁੱਕੇ ਨੇ, ਆਕਲੈਂਡ ਵਿੱਚ ਵੀ ਇੱਕ ਮਾਈਗਰੈਂਟ ਵਰਕਰ ਖੁਦਕੁਸ਼ੀ ਕਰ ਚੁੱਕੀ ਹੈ ਔਰ ਇੰਡੀਆ ਵਿੱਚ ਸਾਡੇ ਰਾਬਤੇ 'ਚ ਇੱਕ ਹੈ ਵਰਕਰ ਜਿਹੜਾ 2 ਵਾਰੀ ਕੋਸ਼ਿਸ਼ ਕਰ ਚੁੱਕਿਆ। ਚੰਗੀ ਕਿਸਮਤ ਹੈ ਉਹਦੀ ਕਿ ਉਹ ਬਚ ਗਿਆ ਆ, ਪਰ ਸਾਨੂੰ ਇਹ ਕਹਿੰਦਿਆਂ ਅਫਸੋਸ ਵੀ ਹੁੰਦਾ ਹੈ ਕਿ ਅਗਰ ਸਰਕਾਰ ਨੇ ਜਲਦ ਹੀ ਕੋਈ ਠੋਸ ਫੈਸਲੇ ਨਾ ਸੁਣਾਏ ਤਾਂ ਇਸ ਤਰ੍ਹਾਂ ਦੇ ਜਿਹੜੇ ਇਨਸੀਡੈਂਟ ਨੇ ਇਹ ਆਮ ਸਾਨੂੰ ਸੁਣਨ ਨੂੰ ਮਿਲਣਗੇ। ਬਿਲਕੁਲ, ਜਿਵੇਂ ਤੁਸੀਂ ਇਹ ਗੱਲ ਕੀਤੀ ਹੈ, ਇੱਥੇ ਹੀ ਤੁਸੀਂ ਜਿਵੇਂ ਅੱਜ ਰੋਸ ਰੈਲੀ ਵੀ ਕੀਤੀ ਹੈ ਇਹ ਤੇ ਆਪਾਂ ਮਾਰਚ ਵੀ ਕੱਢਿਆ ਤੇ ਕੁਝ ਜਿਹੜੇ ਮਾਈਗ੍ਰੈਂਟਸ ਆ ਉਹ ਇਸ ਚੀਜ਼ ਦਾ ਵਿਰੋਧ ਵੀ ਕਰਦੇ ਆ ਕਿ ਜਿਹੜੇ ਇਹ ਰੈਲੀਆਂ ਹੈ ਜਾਂ ਇਹ ਮੁਜ਼ਾਹਰੇ ਆ ਇਹ ਇਹਨਾਂ ਦੇ ਨਾਲ ਹੱਲ ਨਹੀਂ ਹੁੰਦਾ ਤੇ ਇਹ ਆਪਾਂ ਨੂੰ ਗੱਲਬਾਤ ਨਾਲ ਮਸਲੇ ਹੱਲ ਕਰਨੇ ਚਾਹੀਦੇ ਆ। ਇਹਦੇ ਬਾਰੇ ਤੁਹਾਡਾ ਕੀ ਕਹਿਣਾ, ਕੀ ਕਹੋਗੇ? ਜੀ, ਸਾਡੀ ਅਸੀਂ ਕਹਿ ਸਕਦੇ ਹਾਂ ਕਿ ਮਲਟੀ ਪ੍ਰੋਂਗਡ ਅਪਰੋਚ ਵੀ ਹੈ ਇਸ ਵਕਤ। ਸਾਡੇ ਨਾਲ ਜਿਹੜੀਆਂ ਸਪੋਰਟਿੰਗ ਆਰਗੇਨਾਈਜੇਸ਼ਨ ਨੇ, ਇੰਡੀਅਨ ਵਰਕਰਸ ਐਸੋਸੀਏਸ਼ਨ ਹੈ, ਮਾਈਗ੍ਰੈਂਟ ਰਾਈਟਸ ਨੈਟਵਰਕ ਹੈ, ਉਹ ਆਲਰੇਡੀ ਇੱਕ ਮੀਟਿੰਗ ਕਰ ਵੀ ਚੁੱਕੇ ਨੇ ਇਮੀਗ੍ਰੇਸ਼ਨ ਮੰਤਰੀ ਨਾਲ, ਆਉਂਦੇ ਦਿਨਾਂ 'ਚ ਫਿਰ ਉਹਨਾਂ ਦੀ ਮੀਟਿੰਗ ਹੈ। ਸੋ ਅਸੀਂ ਉਹ ਵਾਲਾ ਚੈਨਲ ਵੀ ਜਿਹੜਾ ਇਸਤੇਮਾਲ ਕਰ ਰਹੇ ਹਾਂ, ਪਰ ਅਸੀਂ ਦੇਖਦੇ ਹਾਂ ਮੀਟਿੰਗਸ ਤੋਂ ਮੀਡੀਆ ਇੰਟਰਵਿਊਜ਼ ਜਿਹੜੀਆਂ ਇਮੀਗ੍ਰੇਸ਼ਨ ਮੰਤਰੀ ਦੀਆਂ ਨੇ ਕਦੀ ਵੀ ਕੋਈ ਠੋਸ ਜਵਾਬ ਸਵਾਲਾਂ ਦੇ ਨਹੀਂ ਦਿੱਤੇ ਜਾਂਦੇ। ਸੋ ਸਾਨੂੰ ਇਹਦਾ ਲੱਗਦਾ ਕਿ ਸਿਰਫ ਮੀਟਿੰਗਾਂ ਨਾਲ ਹੀ ਇਹ ਮਸਲਾ ਜਿਹੜਾ ਹੱਲ ਨਹੀਂ ਹੋਣਾ, ਸਾਨੂੰ ਹੋਰ ਜਿਹੜੇ ਟੂਲਸ ਅਵੇਲੇਬਲ ਨੇ ਟੂਲ ਬਾਕਸ 'ਚ ਉਹ ਸਾਰੇ ਇਸਤੇਮਾਲ ਕਰਨੇ ਪੈਣਗੇ। ਪਰ ਰੋਜ਼ ਰੈਲੀ ਕਰਕੇ ਜਾਂ ਮੁਜ਼ਾਹਰੇ ਕਰਕੇ ਆਪਾਂ ਨੂੰ ਲੱਗਦਾ ਕਿ ਆਪਣਾ ਮਸਲਾ ਹੱਲ ਹੋਊਗਾ? ਬਿਲਕੁਲ ਜੀ, ਉਹਨਾਂ ਤੱਕ ਆਵਾਜ਼ ਜਾਂਦੀ ਹੈ। ਪਹਿਲੇ ਵੀ ਜਦੋਂ ਅਸੀਂ ਵੀਜ਼ਾ ਪ੍ਰੋਸੈਸਿੰਗ ਡਿਲੇ ਨੂੰ ਲੈ ਕੇ ਜਦੋਂ ਮੁਜ਼ਾਹਰਾ ਕੀਤਾ ਹੈ, ਕੋਈ ਨਾ ਕੋਈ ਮਾਈਨਰ ਚਾਹੇ ਟਵੀਕ ਜਾਂ ਰਿਫਾਰਮ ਇਹਨਾਂ ਨੇ ਅਨਾਉਂਸ ਕੀਤਾ ਹੈ। ਮਿਸਾਲ ਦੇ ਤੌਰ 'ਤੇ ਜਿਹੜਾ ਕਲਚਰਲੀ ਅਰੇਂਜਡ ਮੈਰਿਜਸ ਵਾਸਤੇ ਵੀਜ਼ਾ ਸੀ ਉਹ ਕਾਫੀ ਸਾਰੇ ਮੁਜ਼ਾਹਰਿਆਂ ਤੋਂ ਬਾਅਦ ਇਹਨਾਂ ਨੇ ਅਨਾਉਂਸਮੈਂਟ ਕੀਤੀ। ਉਸ ਤੋਂ ਬਾਅਦ ਕੋਵਿਡ ਤੋਂ ਥੋੜ੍ਹਾ ਅਰਸਾ ਪਹਿਲਾਂ ਵੀਜ਼ੇ ਥੋੜ੍ਹੀ ਜਿਹੀ ਤੇਜ਼ੀ ਨਾਲ ਆਉਣੇ ਸ਼ੁਰੂ ਹੋ ਵੀ ਗਏ ਸੀਗੇ, ਦੁਬਾਰਾ ਕੋਵਿਡ ਕਰਕੇ ਉਹ ਫਿਰ ਅਸੀਂ ਉੱਥੇ ਪਹੁੰਚ ਗਏ ਹਾਂ। ਤੋ ਇਹ ਵੀ ਅਸੀਂ ਜਦੋਂ ਅੱਜ ਦੀ ਜਿਹੜੀ ਰੈਲੀ ਅਨਾਉਂਸ ਕੀਤੀ ਹੈ ਉਸ ਤੋਂ 3-4 ਦਿਨ ਬਾਅਦ ਜਿਹੜਾ ਉਹ ਤੁਸੀਂ ਕਹਿ ਰਹੇ ਹੋ ਕਿ 6 ਮਹੀਨੇ ਐਕਸਟੈਂਡ ਕੀਤੇ ਗਏ ਐਸੈਂਸ਼ੀਅਲ ਸਕਿੱਲ ਵਾਲਿਆਂ ਦੇ, ਬੇਸ਼ੱਕ ਬਹੁਤ ਥੋੜ੍ਹੇ ਜਿਹੇ ਲੋਕਾਂ ਨੂੰ ਫਾਇਦਾ ਹੋਏਗਾ, ਪਰ ਫਿਰ ਵੀ ਇਹਨਾਂ ਤੇ ਪ੍ਰੈਸ਼ਰ ਬਣਦਾ ਆ ਸਰਕਾਰ ਤੇ, ਕੁਛ ਨਾ ਕੁਛ ਮਾਈਨਰ ਰਿਫਾਰਮ ਕਰਦੇ ਨੇ ਜਦੋਂ ਅਸੀਂ ਮੁਜ਼ਾਹਰਾ ਅਨਾਉਂਸ ਕਰਦੇ ਹਾਂ ਜਾਂ ਮੁਜ਼ਾਹਰਾ ਕਰਦੇ ਹਾਂ। ਬਿਲਕੁਲ, ਸ਼ੁਕਰੀਆ ਅਨੂ ਜੀ। ਸੋ ਜਿਵੇਂ ਅਨੂ ਜੀ ਨੇ ਦੱਸਿਆ ਕਿ ਜਿਹੜੇ ਅਸੀਂ ਰੋਸ ਮੁਜ਼ਾਹਰੇ ਕਰਦੇ ਹਾਂ ਇਹਨਾਂ ਦਾ ਕਿਤੇ ਨਾ ਕਿਤੇ ਸਰਕਾਰ ਤੇ ਜਿਹੜਾ ਪ੍ਰਭਾਵ ਆ ਉਹ ਜਾਂਦਾ, ਤੇ ਦੂਜੇ ਪਾਸੇ ਇਹਨੇ ਦੱਸਿਆ ਕਿ ਸਾਡੇ ਨਾਲ ਦੀਆਂ ਜਿਹੜੀਆਂ ਹੋਰ ਸੁਸਾਇਟੀਆਂ ਜਾਂ ਐਸੋਸੀਏਸ਼ਨਸ ਆ ਉਹ ਗੱਲਬਾਤ ਦੇ ਤਰੀਕੇ ਨਾਲ ਵੀ ਮਸਲੇ ਨੂੰ ਹੱਲ ਕਰਨ ਲਈ ਗੱਲਬਾਤ ਕਰ ਰਹੀਆਂ ਸਰਕਾਰ ਨਾਲ। ਸੋ ਜਿਹੜੇ ਲੋਕਾਂ ਦੀਆਂ ਪਰੇਸ਼ਾਨੀਆਂ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ, ਉਹਨਾਂ ਤੋਂ ਵੀ ਪੁੱਛਦੇ ਆ ਵੀ ਕੀ ਸਮੱਸਿਆਵਾਂ ਨੇ। ਸੋ ਜਿਵੇਂ ਇਸ ਟਾਈਮ ਮੇਰੇ ਨਾਲ ਰੋਮੀ ਖੜੇ ਨੇ ਤੇ ਇਹ ਜਲੰਧਰ ਤੋਂ ਆਏ ਆ ਤੇ ਇਹਨਾਂ ਦੀ ਵੀ ਇੱਕ ਕਹਾਣੀ ਹੈ, ਇੱਕ ਦੁੱਖ ਹੈ, ਉਹ ਵੀ ਇਹਨਾਂ ਤੋਂ ਸੁਣਦੇ ਆ। ਰੋਮੀ ਜੀ, ਕੀ ਹੋਇਆ ਸੀ ਤੁਹਾਡੇ ਨਾਲ, ਸਾਰਾ ਜਿਹੜਾ ਸਾਨੂੰ डिटेल दस्यो। मैं न्यूज़ीलैंड सितंबर 2018 में आई थी और 6 महीने बाद मैंने अपने बेटे और मेरे पति का वीज़ा लगाया था, बट क्योंकि पार्टनरशिप वीज़ा डिलेज का इतना लंबा प्रोसेस था यहाँ पे कि 10 महीने लग गए थे उनको एक केस ऑफिसर मिलने में। तो ऑलरेडी हम 1.5 साल हो गया था, ऑलरेडी हम अलग थे, और जब फिर केस ऑफिसर मिल गया उसके बाद मार्च में जब उनका वीज़ा आ गया तो फिर बॉर्डर्स बंद हो गए, और उनके आने से 3 दिन पहले ही बॉर्डर्स बंद हो गए, और अब इनडेफिनेट है। मैंने एक्सेप्शंस 2 बार लगा दिए बट कोई रिज़ल्ट नहीं है, कोई सुनवाई नहीं है, कुछ नहीं कहती गवर्नमेंट कि वो कब आ सकते हैं, आ भी सकते हैं कि नहीं आ सकते हैं, कोई न्यूज़ ही नहीं है उनके लिए। आप यहाँ पे स्टूडेंट वीज़े पे हो? हाँ जी, मैं यहाँ पे स्टूडेंट वीज़े पे आई थी, अब मैं ओपन वर्क वीज़ा पे हूँ और मैं यहाँ पे जॉब करती हूँ। ओके, तो अभी जो आपकी फैमिली इंडिया में स्टक है, आपका बच्चा भी है, कितनी एज है उसकी? मेरा 5 साल का बेटा है, वो अब 5 साल का हुआ है। जब मैं आई थी तब वो 3 साल का था, मैं उसे 2 साल से नहीं मिली हूँ।
तो जैसे वो भी मिस करता होगा, आप भी यहाँ पे मिस कर रहे हो, तो कब उससे बात होती है तो वो बोलता है कुछ? जब भी बात होती है वो एक ही बात कहता है कि मम्मा कब आना है, आपने तो वीज़ा भेज भी दिया, अब ये कोरोना वायरस कब जाएगा, कब हम आ सकते हैं, कब हम मिल सकते हैं, पर मेरे पास कोई जवाब नहीं होता। ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਵਿੱਚ ਲੁਧਿਆਣੇ ਤੋਂ ਆਏ ਹੋਏ ਆ ਪ੍ਰਗਿਆ ਜੀ, ਉਹ ਖੜੇ ਆ ਮੇਰੇ ਨਾਲ, ਉਹਨਾਂ ਤੋਂ ਸੁਣਦੇ ਆ। ਪ੍ਰਗਿਆ ਜੀ, ਕੀ ਹੋਇਆ ਤੁਹਾਡੇ ਨਾਲ, ਕਿਸ ਤਰ੍ਹਾਂ ਤੁਸੀਂ ਅੱਜ ਇੱਥੇ ਪਹੁੰਚੇ ਹੋ? ਐਕਚੁਅਲੀ ਮੇਰੇ ਪਾਰਟਨਰ ਨੇ ਜਿਹੜੇ ਉਹ ਗੁਰਦਾਸਪੁਰ ਤੋਂ ਨੇ, ਅਤੇ ਉਹ ਪਹਿਲਾਂ ਇੱਥੇ ਸੀਗੇ, ਨਿਊਜ਼ੀਲੈਂਡ ਹੀ ਸੀਗੇ, ਅਤੇ ਉਹ ਗਏ ਸੀ ਵਕੇਸ਼ਨ ਦੇ ਲਈ ਇੰਡੀਆ ਗਏ ਸੀਗੇ, ਅਤੇ ਉੱਥੇ ਜਾ ਕੇ ਸਟਕ ਹੋ ਗਏ ਨੇ। ਉਹ ਐਕਚੁਅਲੀ 1.5 ਮਹੀਨੇ ਦੇ ਲਈ ਉੱਥੇ ਗਏ ਸੀਗੇ, ਅਤੇ ਉਹਦੇ ਤੋਂ ਬਾਅਦ ਜਦੋਂ ਲੋਕਡਾਊਨ ਹੋ ਗਿਆ ਅਤੇ ਫਿਰ ਉਹ ਇੰਡੀਆ ਸਟਕ ਹੋ ਗਏ, ਅਤੇ ਉਹਨਾਂ ਦਾ ਵੀਜ਼ਾ ਆ ਜਿਹੜਾ ਉਹ ਐਕਸਪਾਇਰ ਹੋ ਰਿਹਾ ਆ ਸੈਪਟੰਬਰ ਦੇ ਵਿੱਚ, ਜੋ ਕਿ ਆਈ ਗੈਸ ਆਫਟਰ 2 ਮੰਥਸ ਐਕਸਪਾਇਰ ਹੋ ਰਿਹਾ ਆ। ਅਤੇ ਅਸੀਂ ਕਾਫੀ ਵਾਰ ਉਹ ਅਪਲਾਈ ਕੀਤਾ ਆ, ਜੋ ਐਗਜ਼ੈਂਪਸ਼ਨਸ ਅਪਲਾਈ ਕਰ ਸਕਦੇ ਹਾਂ, ਪਰ ਕਾਫੀ ਵਾਰ ਅਪਲਾਈ ਕੀਤਾ, ਉਹਦੇ ਵਿੱਚ ਰੀਜ਼ਨ ਦਿੱਤਾ ਕਿ ਮੇਰਾ ਪਾਰਟਨਰ ਉੱਥੇ ਆ, ਬਾਕੀ ਉੱਥੇ ਹੁਣ ਮੈਨੂੰ ਇਕੱਲੀ ਨੂੰ ਮੇਰੇ 'ਤੇ ਸਾਰਾ ਬਰਡਨ ਆਇਆ ਹੋਇਆ, ਜਿੱਦਾਂ ਹਾਊਸ ਰੈਂਟ ਪੇ ਕਰਨਾ ਹੈ, ਬਾਕੀ ਗੱਡੀ ਦੀ ਕਿਸ਼ਤ ਆ, ਹੋਰ ਕਾਫੀ ਚੀਜ਼ਾਂ ਆ ਜਿਹੜੀਆਂ ਮੈਨੂੰ ਇਕੱਲੀ ਨੂੰ ਮੈਨੇਜ ਕਰਨੀਆਂ ਪੈ ਰਹੀਆਂ। ਉਹਦੇ ਕਰਕੇ ਇੰਨਾ ਜ਼ਿਆਦਾ ਸਟਰੈਸ ਅਤੇ ਡਿਪਰੈਸ ਰਹਿੰਦੀ ਆ। ਮੈਂ ਕਿੰਨੀ ਵਾਰ ਸਾਰਾ ਕੁਝ ਅਪਲਾਈ ਕੀਤਾ, ਬਟ ਕੋਈ ਫਾਇਦਾ ਨਹੀਂ ਹੋਇਆ ਉਹਨਾਂ ਚੀਜ਼ਾਂ ਦਾ। ਆਈ ਗੈਸ ਐਗਜ਼ੈਂਪਸ਼ਨਸ ਅਸੀਂ 4-5 ਵਾਰ ਅਪਲਾਈ ਕੀਤੀ ਆ, ਬਟ ਹਰ ਵਾਰ ਡਿਕਲਾਈਨ ਕਰਤੀ ਉਹਨਾਂ ਨੇ, ਕਹਿੰਦੇ ਕੋਈ ਖਾਸ ਰੀਜ਼ਨ ਨਹੀਂ ਹੈਗਾ ਤੁਹਾਡੇ ਕੋਲ, ਜੇ ਤੁਸੀਂ ਅਸੈਂਸ਼ੀਅਲ ਵਰਕਰ ਹੋ ਜਾਂ ਤੁਹਾਡੇ ਕੋਲ ਕੋਈ ਸਟਰੋਂਗ ਰੀਜ਼ਨ ਹੈਗਾ ਹੋਰ ਜ਼ਿਆਦਾ, ਤਾਂ ਹੀ ਅਸੀਂ ਤੁਹਾਨੂੰ ਇਹ ਦੇ ਸਕਦੇ ਹਾਂ, ਅਦਰਵਾਈਜ਼ ਨਹੀਂ। ਬਿਲਕੁਲ, ਮੈਂ ਇਹੀ ਕਹਿਣ ਲੱਗਿਆ ਸੀ ਕਿ ਕੁਝ ਵਰਕਰ ਆਏ ਆ, ਬਟ ਉਹਨਾਂ ਦੇ ਵਿੱਚ ਉਹਨਾਂ ਦੀ ਕੰਡੀਸ਼ਨ ਸੀ ਕਿ ਉਹਨਾਂ ਦਾ ਇੱਥੇ ਆਉਣਾ ਜ਼ਰੂਰੀ ਸੀ, ਅਤੇ ਤੁਹਾਡੇ ਹਸਬੈਂਡ ਦੀ ਜੌਬ ਕੀ ਸੀ, ਕਿਉਂ ਉਹਨਾਂ ਨੂੰ ਇਸ ਤਰ੍ਹਾਂ ਕਿਹਾ ਗਿਆ? ਐਕਚੁਅਲੀ ਉਹ ਟਰੱਕ ਡਰਾਈਵਰ ਦੀ ਜੌਬ ਕਰਦੇ ਸੀ ਇੱਥੇ ਟੋਲ ਕੰਪਨੀ ਦੇ ਥਰੂ, ਅਤੇ ਉਹਨਾਂ ਦਾ ਈਵਨ ਕਿ ਉਹਨਾਂ ਦਾ ਇੰਪਲੋਇਰ ਵੀ ਸਪੋਰਟਿਵ ਆ, ਉਹ ਸਪੋਰਟ ਕਰਦਾ ਪਿਆ ਆ, ਬਟ ਉਹ ਸਟਿਲ ਕਹਿ ਰਹੇ ਆ ਕਿ ਤੁਹਾਡੀ ਜਿਹੜੀ ਜੌਬ ਹੈ ਉਹ ਅਸੈਂਸ਼ੀਅਲ ਸਕਿੱਲ ਦੇ ਵਿੱਚ ਨਹੀਂ ਆਉਂਦੀ ਹੈਗੀ, ਤਾਂ ਕਰਕੇ ਜਿੱਦਾਂ ਕਿ ਹੈਲਥ ਵਰਕਰ, ਤੁਸੀਂ ਹੈਲਥ ਵਰਕਰ ਨਹੀਂ ਹੋ ਜਾਂ ਤੁਸੀਂ ਕਿਸੇ ਹੋਰ ਕੋਈ ਅਸੈਂਸ਼ੀਅਲ ਸਕਿੱਲ ਦੇ ਵਿੱਚ ਨਹੀਂ ਆਉਂਦੇ, ਤਾਂ ਕਰਕੇ ਸੋ ਨਹੀਂ ਤੁਹਾਨੂੰ ਕੀਤਾ ਜਾ ਸਕਦਾ। ਇਸ ਟਾਈਮ ਉਹਨਾਂ ਨਾਲ ਗੱਲ ਹੁੰਦੀ ਹੈ ਤੇ ਕੀ ਕਹਿੰਦੇ ਆ ਉਹ, ਉਹਨਾਂ ਦਾ ਕੀ ਸਿਚੁਏਸ਼ਨ ਆ ਉੱਥੇ? ਉਹਨਾਂ ਦੀ ਵੀ ਸਿਚੁਏਸ਼ਨ ਐਕਚੁਅਲੀ ਬੈਡ ਹੀ ਆ, ਉਹ ਵੀ ਸਟ੍ਰੈਸ ਆ ਉੱਧਰ ਬਹੁਤ ਜ਼ਿਆਦਾ, ਕਿਉਂਕਿ ਜਿਵੇਂ ਜਿੰਨਾ ਕੁਛ ਹੋ ਗਿਆ ਇੰਨਾ, ਮਤਲਬ ਉਹਨਾਂ ਨੇ ਅਪਲਾਈ ਕੀਤੀਆਂ, ਐਗਜ਼ੈਂਪਸ਼ਨਸ ਨਹੀਂ ਆ ਰਹੀਆਂ, ਵੀਜ਼ਾ ਐਕਸਪਾਇਰ ਹੁੰਦਾ ਪਿਆ ਆ, ਅਤੇ ਹੁਣ ਅੱਗੇ ਦਾ ਨਹੀਂ ਪਤਾ। ਜਿੱਦਾਂ ਦੇ ਇਹਨਾਂ ਨੇ ਉਹ ਅਸੈਂਸ਼ੀਅਲ ਵੀਜ਼ੇ 'ਤੇ ਸੀ, ਜਿੱਦਾਂ ਦੇ ਇਹਨਾਂ ਦੇ ਰੂਲ ਕਰ ਦਿੱਤੇ ਗਏ ਆ ਕਿ ਲੇਬਰ ਮਾਰਕੀਟ ਟੈਸਟ ਕਰਨਾ ਪੈਣਾ ਹੈ, ਉਹ ਨਹੀਂ ਉਹ ਪਾਸ ਕਰ ਸਕਦੇ, ਬਿਕੋਜ਼ ਉਹਨਾਂ ਦੀ ਜਿਹੜੀ ਇੱਥੇ ਪੋਜੀਸ਼ਨ ਸੀ ਉਹ ਐਜ਼ ਅ ਫਲੀਟ ਮੈਨੇਜਰ ਸੀਗੀ, ਜਿਹੜੀ ਉਹਨਾਂ ਦੇ ਵਿੱਚ ਉਹ ਸਿਰਫ ਲੇਬਰ ਮਾਰਕੀਟ ਟੈਸਟ ਸਿਰਫ ਉਹ ਮੈਨੇਜਰਸ ਅਪਲਾਈ ਕਰ ਸਕਦੇ ਆ, ਸੋ ਉਹ ਉਹਨਾਂ ਦੇ ਵਿੱਚ ਨਹੀਂ ਆਉਂਦੇ, ਸੋ ਉਹ ਆਪਣਾ ਵੀਜ਼ਾ ਇੰਡੀਆ ਤੋਂ ਵੀ ਐਕਸਟੈਂਡ ਨਹੀਂ ਕਰਵਾ ਸਕਦੇ। ਤੋ ਭਾਜੀ ਕੀ ਨਾਂ ਤੁਹਾਡਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਵਿੰਦਰ ਭਾਜੀ। ਤੇ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ? ਭਾਜੀ ਮੈਂ ਪੰਜਾਬ ਤੋਂ ਜਲੰਧਰ ਤੋਂ ਹਾਂ। ਹਾਂਜੀ, ਤੇ ਕੀ ਪ੍ਰੋਬਲਮ ਆ ਭਾਜੀ ਤੁਹਾਡੇ? ਭਾਜੀ ਪ੍ਰੋਬਲਮ ਇੱਕ ਨਹੀਂ, ਬਹੁਤ ਸਾਰੀਆਂ ਪ੍ਰੋਬਲਮਸ ਆ, ਜਿੱਦਾਂ ਕਿ ਸਭ ਤੋਂ ਜਿਹੜੀ ਵੱਡੀ ਪ੍ਰੋਬਲਮ ਤਾਂ ਹੁਣ ਦੇ ਸਮੇਂ ਦੇ ਹਿਸਾਬ ਨਾਲ, ਜਿੱਦਾਂ ਤੁਹਾਨੂੰ ਪਤਾ ਕੋਵਿਡ-19 ਦਾ ਵਾਇਰਸ ਹੈ ਨਾ, ਅਤੇ ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਤਾਂ ਇਹ ਆ ਕਿ ਜਿੱਦਾਂ ਜੋਬ ਆਪਣੀਆਂ ਜਾ ਰਹੀਆਂ, ਜੋਬ ਮਿਲ ਨਹੀਂ ਰਹੀਆਂ, ਬਹੁਤ ਜ਼ਿਆਦਾ ਘੱਟ ਆ ਨਾ। ਅਤੇ ਸਟੂਡੈਂਟ ਜਿੱਦਾਂ ਮੈਂ ਸਟੱਡੀ ਕਰਦਾ ਰਿਹਾ, ਅਤੇ ਮੇਰੇ ਲਈ ਇਹ ਸਭ ਤੋਂ ਵੱਡੀ ਪ੍ਰੋਬਲਮ ਫੀਸ ਪੇ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਨਾ। ਅਤੇ ਉਹਦੇ ਵਿੱਚ ਸਕੂਲ, ਜਿੱਦਾਂ ਮੈਂ ਮਾਈਗ੍ਰੇਂਟ ਵਰਕ ਕਰਿਆ, ਠੀਕ ਹੈ, ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ, ਅਤੇ ਉਹਦੇ ਵਿੱਚ ਮੈਨੂੰ ਪੂਰੀ ਫੀਸ ਪੇ ਕਰਨੀ ਹੀ ਪੈਣੀ, ਅਦਰਵਾਈਜ਼ ਮੈਨੂੰ ਸਕੂਲ ਵਾਲੇ ਆਉਣ ਨਹੀਂ ਦੇਣਗੇ। ਅਤੇ ਨੰਬਰ 2 'ਤੇ ਜੋਬ ਦਾ ਬਹੁਤ ਜ਼ਿਆਦਾ ਡਿਫੀਕਲਟਸ ਹੋ ਰਿਹਾ। ਅਤੇ ਜੋਬ, ਤੁਸੀਂ ਕਦੋਂ ਆਏ ਸੀ ਨਿਊਜ਼ੀਲੈਂਡ? ਭਾਜੀ ਮੈਂ 2013 ਦੇ ਵਿੱਚ ਆਇਆ ਸੀਗਾ, ਅਤੇ ਉਹਦੇ ਵਿੱਚ ਪਹਿਲਾਂ ਮੈਂ 2 ਸਾਲ ਪੜ੍ਹਿਆ, ਫਿਰ ਉਸ ਤੋਂ ਬਾਅਦ ਸਪੋਂਸਰਸ਼ਿਪ ਵੀਜ਼ੇ 'ਤੇ ਗਿਆ। ਸਪੋਂਸਰਸ਼ਿਪ ਵੀਜ਼ਾ ਅਟੈਚ ਹੁੰਦਾ ਤੁਹਾਡੇ ਇੰਪਲੋਇਰ ਨਾਲ, ਅਤੇ ਉਹਦੇ ਵਿੱਚ ਕੀ ਹੁੰਦਾ ਕਿ ਤੁਸੀਂ ਉਹਦੇ ਕੋਲ ਹੀ ਕੰਮ ਕਰਨਾ, ਨਿਊਜ਼ੀਲੈਂਡ 'ਚ ਹੋਰ ਕਿਤੇ ਨਹੀਂ ਕੰਮ ਕਰਨਾ। ਹਾਲਾਂਕਿ ਰੂਲ ਬਦਲੇ ਸੀਗੇ ਉਸ ਤੋਂ ਬਾਅਦ ਕਿ ਤੁਸੀਂ ਓਪਨ ਸਰਚ ਜਾ ਸਕਦੇ ਆ, ਪੋਸਟ ਸਟੱਡੀ ਵੀਜ਼ਾ ਜਿਹਨੂੰ ਕਹਿੰਦੇ, ਕਿਸੇ ਵੀ ਇੰਪਲੋਇਰ 'ਚ ਜਾ ਸਕਦੇ ਆ, ਪਰ ਮੇਰੇ ਬੌਸ ਨੇ ਅਨਫੋਰਚੂਨੇਟਲੀ ਉਹ ਮੈਨੂੰ ਸਪੋਂਸਰ ਨਹੀਂ ਕੀਤਾ, ਅਤੇ ਇਹ ਰੂਲ ਉਸ ਚੀਜ਼ਾਂ ਤੋਂ ਬਾਅਦ ਵਿੱਚ ਆਏ ਸੀਗੇ। ਅਤੇ ਫਿਰ ਮੈਨੂੰ ਦੁਬਾਰਾ ਸਟੱਡੀ ਲੈਣੀ ਪਈ, ਜਿਹਦਾ ਮੈਨੂੰ $38,000 ਫੀਸ ਦੇਣੀ ਪਈ, ਰਾਈਟ। ਮੈਂ 18,000 ਦੇ ਦਿੱਤੀ ਹੈ, ਮੈਨੂੰ ਅਗਲੀ ਫੀਸ ਦੇਣੀ ਪਈ। ਪਰ ਅਨਫੋਰਚੂਨੇਟਲੀ ਕੀ ਹੋਇਆ, ਬਦਕਿਸਮਤੀ ਨਾਲ ਵਾਇਰਸ ਆ ਗਿਆ, ਜਿਹਦੇ ਵਿੱਚ ਇੰਡੀਆ 'ਚ ਵੀ ਪੇਰੈਂਟਸ ਤੋਂ ਜੋਬ ਹੈ ਨਹੀਂ, ਕਿ ਮੇਰੇ ਕੋਲ ਵੀ ਇੱਥੇ ਜੋਬ ਹੈ ਨਹੀਂ, ਜਿਹਦੇ ਨਾਲ ਫੀਸਾਂ ਜਿਹੜੀਆਂ ਬਹੁਤ ਜ਼ਿਆਦਾ ਪੇ ਕਰਨੀਆਂ ਬਹੁਤ ਜ਼ਿਆਦਾ ਔਖੀਆਂ ਹੋਈਆਂ ਪਈਆਂ, ਅਤੇ ਉਹ ਨਹੀਂ ਪੇ ਕਰ ਸਕਦੇ। ਇਸ ਕਰਕੇ ਸਕੂਲ ਵਾਲੇ ਤੁਹਾਨੂੰ ਨਹੀਂ ਜਾਣ ਦੇਣਗੇ ਅੰਦਰ ਕਲਾਸ ਦੇ ਜਦ ਤੱਕ ਤੁਸੀਂ ਫੀਸਾਂ ਨਹੀਂ। ਇਸ ਟਾਈਮ ਤੁਹਾਡਾ ਸਿਚੁਏਸ਼ਨ ਕੀ ਹੈ? ਤੁਸੀਂ ਸਟੂਡੈਂਟ ਹੋ ਜਾਂ ਵਰਕ 'ਤੇ ਹੋ? ਮੈਂ ਸਟੂਡੈਂਟ 'ਤੇ ਹਾਂ ਭਾਜੀ ਇਸ ਵੇਲੇ, ਅਤੇ ਮੈਂ ਆਪਣਾ ਲੈਵਲ 4 ਕੁੱਕਰੀ ਦਾ ਕੰਪਲੀਟ ਕਰ ਲਿਆ, ਲੈਵਲ 5 ਹਲੇ ਸਟਾਰਟ ਕਰਨਾ ਮੈਂ। ਅਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਫੀਸਾਂ ਦਾ ਬਹੁਤ ਜ਼ਿਆਦਾ ਡਿਫੀਕਲਟ, ਬਹੁਤ ਜ਼ਿਆਦਾ ਔਖਿਆਈ ਆ ਰਹੀ ਹੈ ਫੀਸਾਂ ਪੇ ਕਰਨ। ਤੁਸੀਂ ਵਰਕ ਵੀਜ਼ੇ ਤੋਂ ਬਾਅਦ ਦੁਬਾਰਾ ਸਟੱਡੀ ਲਈ ਹੈ, ਅਤੇ ਹੁਣ ਸਟੱਡੀ ਦੀ ਫੀਸ ਕਰਨ 'ਚ ਤੁਹਾਨੂੰ ਪ੍ਰੋਬਲਮ? ਹਾਂਜੀ, ਮੈਂ ਵਰਕ ਵੀਜ਼ੇ ਤੋਂ ਦੁਬਾਰਾ ਲਈ ਹੈ, ਸਟੱਡੀ ਦੇ ਪੇ ਕਰਨ ਦੇ ਵਿੱਚ ਸਟੂਡੈਂਟ ਨੂੰ ਆਪਣੇ ਫੀਸ ਮੈਨੂੰ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਆ ਰਹੀ ਹੈ। ਹਾਂਜੀ, ਓਕੇ। ਸੋ ਹੁਣ ਮੇਰੇ ਨਾਲ ਖੜੇ ਨੇ ਭਾਰਤੀ ਕਲੋਟੀ ਜੀ। ਅਤੇ ਭਾਰਤੀ ਜੀ, ਜਿਵੇਂ ਅੱਜ ਰੋਜ਼ ਮੁਜ਼ਾਹਰਾ ਹੋਇਆ, ਅਸੀਂ ਲੋਕਾਂ ਦੇ ਦਰਦ ਵੀ ਸੁਣੇ ਆ ਮਾਈਗ੍ਰੈਂਟਸ ਦੇ, ਅਤੇ ਕੀ ਹੁਣ ਤੁਹਾਡੀ ਮੰਗ ਕੀ ਹੈ ਅਤੇ ਕੀ ਹੋਇਆ ਅੱਜ ਸਾਰਾ? ਹਾਂਜੀ ਵੀਰ ਜੀ, ਆਪਣੀਆਂ 4 ਮੰਗਾਂ ਨੇ ਜਿਹੜੀਆਂ ਮੇਨ ਨੇ। ਸਭ ਤੋਂ ਜਿਹੜੀ ਪਹਿਲੀ ਮੰਗ ਇਹ ਹੈ ਕਿ ਜਿਹੜੇ
ਭਾਰ ਹੁਣ ਅਸੀਂ ਹੁਣ ਭਾਰਤ ਦੀ ਗੱਲ ਕਰਾਂਗੇ, ਉਹ ਤੇ ਵੈਸੇ ਦੁਨੀਆ ਦੇ ਵਿੱਚ ਵੀ ਫਸੇ ਹੋਏ ਨੇ ਕਾਮੇ, ਪ੍ਰਵਾਸੀ ਕਾਮੇ। ਉਹ ਜਿਹੜੇ ਭਾਰਤ ਦੇ ਵਿੱਚ ਕਾਮੇ ਜਿਹੜੇ ਫਸੇ ਹੋਏ ਨੇ, ਜਿਹੜੇ ਇੱਥੇ ਪਹਿਲਾਂ ਰਹਿੰਦੇ ਸੀ 7-8 ਸਾਲ ਰਹਿ ਕੇ ਗਏ ਆ, ਸਾਨੂੰ ਇਸ ਗੱਲ ਦਾ ਪਤਾ ਹੈ ਕਿ ਬਾਰਡਰ ਕਲੋਜ਼ ਹੈ, ਉਹ ਇੱਥੇ ਨਹੀਂ ਆ ਸਕਦੇ। ਅਸੀਂ ਇਸ ਗੱਲ ਨੂੰ ਸਮਝਦੇ ਹਾਂ, ਪਰ ਕਈਆਂ ਦੇ ਉੱਥੇ ਜਿਹੜੇ ਨੇ ਵੀਜ਼ੇ ਖਤਮ ਹੋ ਚੁੱਕੇ ਨੇ ਤੇ ਕਈਆਂ ਦੇ ਖਤਮ ਹੋਣੇ ਵਾਲੇ ਨੇ। ਸੋ ਜਿਹੜੀ ਪਰੇਸ਼ਾਨੀਆਂ ਉਹਦੀ ਇੱਕ ਇਸ ਹੱਦ ਤੱਕ ਹੈ ਕਿ ਜਿਹੜੀਆਂ ਖਬਰਾਂ ਜਿਹੜੀਆਂ ਸੁਸਾਈਡ ਤੱਕ ਦੀਆਂ ਆ ਰਹੀਆਂ ਨੇ, ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਦੇ ਵੀਜ਼ੇ ਖਤਮ ਹੋ ਚੁੱਕੇ ਆ ਉਹਨਾਂ ਦੇ ਵੀਜ਼ੇ ਐਕਸਟੈਂਡ ਕੀਤੇ ਜਾਣ, ਜਿਨ੍ਹਾਂ ਦੇ ਖਤਮ ਹੋਣੇ ਵਾਲੇ ਆ ਉਹਨਾਂ ਦੇ ਵੀ ਵੀਜ਼ੇ ਜਿਹੜੇ ਨੇ ਐਕਸਟੈਂਡ ਕੀਤੇ ਜਾਣ। ਇੱਕ ਸਰਕਾਰ ਉਹਨਾਂ ਨੂੰ ਭਰੋਸਾ ਦਿਵਾਵੇ ਕਿ ਜਦੋਂ ਵੀ ਲਾਕਡਾਊਨ ਖੁੱਲੂਗਾ ਉਹ ਵਾਪਸ ਇਸ ਮੁਲਕ ਦੇ ਵਿੱਚ ਆ ਸਕਣ। ਉਹਨਾਂ ਦੀ ਮਾਨਸਿਕ ਪਰੇਸ਼ਾਨੀ ਇਸੇ ਗੱਲ ਨਾਲ ਬਹੁਤ ਘੱਟ ਹੋ ਜਾਊਗੀ, ਪਰ ਸਰਕਾਰ ਇਸ ਗੱਲ ਤੇ ਬਿਲਕੁਲ ਚੁੱਪ ਹੈ ਆ। ਉਸ ਤੋਂ ਇਲਾਵਾ ਜਿਹੜੀ ਦੂਸਰੀ ਜਿਹੜੀ ਸਭ ਤੋਂ ਵੱਡੀ ਮੰਗ ਆ ਵੀਰ ਜੀ, ਕਿ ਦੁਨੀਆ ਦੇ ਵਿੱਚ ਜਿਹੜੀ ਤਰਾਸਦੀ ਇਹ ਕਰੋਨਾ ਵਾਇਰਸ ਦੀ ਆ, ਇਹ ਇੱਕ ਦੁਨੀਆ ਦੇ ਜਿਹੜੇ ਕਾਮਿਆਂ ਦੇ ਉੱਪਰ ਇੱਕ ਬਹੁਤ ਇਹ ਭਾਰੀ ਹੈ, ਔਰ ਖਾਸ ਕਰਕੇ ਪ੍ਰਵਾਸੀ ਕਾਮਿਆਂ ਦੇ ਉੱਪਰ ਇਹ ਸਭ ਤੋਂ ਭਾਰਾ ਇਹ ਕਰੋਪ ਕਰ ਰਹੀ ਹੈ। ਔਰ ਬਹੁਤ ਸਾਰੇ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਪ੍ਰਵਾਸੀ ਕਾਮੇ ਨੇ ਨੌਕਰੀਆਂ ਜਾ ਰਹੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ, ਜਿਹਨੂੰ ਆਪਾਂ ਸੋਸ਼ਲ ਵੈਲਫੇਅਰ ਕਹਿੰਦੇ ਆ, ਕਿ ਜਦੋਂ ਕਿਸੇ ਦੀ ਨੌਕਰੀ ਜਾਂਦੀ ਹੈ ਉਹਨੂੰ ਇੱਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਂਦਾ ਹੈ। ਜਿਹੜੇ ਇੱਥੇ ਦੇ ਸਿਟੀਜ਼ਨ ਨੇ, ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਨੂੰ ਵੀ ਬੇਰੁਜ਼ਗਾਰੀ ਜਿਹੜਾ ਭੱਤਾ ਉਹ ਦਿੱਤਾ ਜਾਵੇ। ਜਦੋਂ ਕਰੋਨਾ ਵਾਇਰਸ ਤੋਂ ਪਹਿਲਾਂ ਵੀ ਜਿਹੜਾ ਵੀਜ਼ਾ ਡਿਲੇ ਸੀਗਾ, ਮਤਲਬ ਇਮੀਗ੍ਰੇਸ਼ਨ ਸੁੱਤੀ ਪਈ ਸੀਗੀ, ਲੋਕਾਂ ਨੂੰ ਸਾਲ-ਸਾਲ, ਡੇਢ ਸਾਲ, 2-2 ਸਾਲ ਜੈਨੂਅਨ ਤਰੀਕੇ ਨਾਲ ਜਿਹਨਾਂ ਦੇ ਸਾਰੇ ਪੁਆਇੰਟ ਬਣਦੇ ਸੀਗੇ, ਉਹ ਐਪਲੀਕੇਸ਼ਨ ਲਾਈਆਂ ਹੋਈਆਂ ਸੀਗੀਆਂ, ਉਹ ਕੁਝ ਵੀ ਸੁਣਵਾਈ ਨਹੀਂ ਸੀ ਹੋ ਰਹੀ। ਕਰੋਨਾ ਕਰਕੇ ਜਿਹੜਾ ਵੀਜ਼ਾ ਡਿਲੇ ਹੈ ਉਹ ਹੋਰ ਵੀ ਬਹੁਤ ਜ਼ਿਆਦਾ ਲੰਬਾ ਹੋ ਰਿਹਾ। ਜਿਹੜੇ ਪਰਿਵਾਰ ਨੇ ਉਹ ਆਪਸ ਦੇ ਵਿੱਚ ਵਿਛੜੇ ਪਏ ਨੇ। ਆਪਾਂ ਸੁਣਿਆ ਅੱਜ ਸਾਰੀਆਂ ਗੱਲਾਂ ਬਾਤਾਂ ਕਿ ਇਸ ਤਰੀਕੇ ਨਾਲ ਬੱਚਾ ਉੱਥੇ ਹੈ, ਮਾਂ ਇੱਥੇ ਹੈ, ਹਸਬੈਂਡ, ਮਤਲਬ ਟੋਟਲੀ ਇੱਕ ਸੋਸ਼ਲੀ ਜਿਹੜਾ ਇੱਕ ਟਾਣਾ ਬਾਣਾ ਨਾ ਉਹ ਪੂਰਾ ਵਿਗੜ ਚੁੱਕਿਆ, ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨਾਂ ਪੀੜਤ ਨੇ। ਸੋ ਇਹ ਸਾਡੀਆਂ ਜਿਹੜੀਆਂ 4 ਮੰਗਾਂ ਨੇ, ਬੜੀਆਂ ਵਾਜਬ ਮੰਗਾਂ ਨੇ, ਔਰ ਅਸੀਂ ਸਰਕਾਰ ਨੂੰ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਹ ਜਿਹੜੀ ਹਾਲਤ ਜਿਹੜੀ ਆ ਬਦ ਤੋਂ ਬੱਤਰ ਨਾ ਹੋਵੇ। ਇਹਨਾਂ ਸਾਰੀਆਂ ਮੰਗਾਂ ਦੇ ਉੱਪਰ ਉਹਨਾਂ ਨੂੰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਧੰਨਵਾਦ। ਸ਼ੁਕਰੀਆ ਜੀ। ਸੋ ਇਹ ਜਿਵੇਂ ਭਾਰਤੀ ਕਲੋਟੀ ਜੀ ਨੇ ਦੱਸਿਆ ਆਪਾਂ ਨੂੰ, ਤੇ ਜਿਹੜੀਆਂ ਇਹਨਾਂ ਦੀਆਂ ਮੰਗਾਂ ਉਹਦੇ ਬਾਰੇ ਵੀ, ਤੇ ਬਹੁਤ ਸਾਰੇ ਜਿਹੜੇ ਇੱਥੇ ਮਾਈਗ੍ਰੈਂਟਸ ਆ ਉਹਨਾਂ ਨੇ ਵੀ ਆਪਣੇ ਜਿਹੜੇ ਦੁਖੜੇ ਆ ਉਹ ਦੱਸੇ ਆ। ਸੋ ਜਿਵੇਂ ਤੁਸੀਂ ਵੀ ਸਾਰਿਆਂ ਨੇ ਸੁਣਿਆ ਕਿ ਜੋ ਵਿਦੇਸ਼ਾਂ ਦੇ ਵਿੱਚ ਆਪਾਂ ਇੱਕ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਪਹੁੰਚਦੇ ਆ, ਤੇ ਉਹ ਸੁਪਨਾ ਪੂਰਾ ਹੁੰਦਾ ਜਾਂ ਨਹੀਂ ਹੁੰਦਾ ਇਹ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗਦਾ। ਤੇ ਕਈ ਵਾਰੀ ਆਉਣ ਵਾਲੇ ਵਕਤ ਵਿੱਚ ਆਉਣ ਵਾਲਾ ਸਮਾਂ ਪਤਾ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਆ ਜਾਵੇ। ਤੇ ਇੱਥੇ ਜਿੰਨੇ ਵੀ ਮਾਈਗ੍ਰੈਂਟਸ ਆਏ ਸੀ ਸੁਨਹਿਰੀ ਭਵਿੱਖ ਦਾ ਸੁਪਨਾ ਲੈ ਕੇ ਆਏ ਸੀ, ਪਰ ਕਰੋਨਾ ਨੇ ਜਿੱਥੇ ਪੂਰੀ ਦੁਨੀਆ ਨੂੰ ਉਥਲ ਪੁਥਲ ਕੀਤੀ ਹੈ, ਉੱਥੇ ਬਹੁਤ ਸਾਰੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਮਾਈਗ੍ਰੈਂਟਸ ਆ, ਨਿਊਜ਼ੀਲੈਂਡ ਤੋਂ ਇਲਾਵਾ ਹੋਰ ਵੀ ਵੱਖੋ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਮਾਈਗ੍ਰੈਂਟਸ ਆ, ਉਹ ਇਸ ਟਾਈਮ ਇਸ ਸਿਚੁਏਸ਼ਨ ਵਿੱਚ ਆ ਕਿ ਉਹਨਾਂ ਦੇ ਇੱਕ ਪਰਿਵਾਰ ਮੈਂਬਰ ਇਸ ਦੇਸ਼ ਵਿੱਚ ਆ, ਦੂਸਰਾ ਕਿਸੇ ਹੋਰ ਦੇਸ਼ ਵਿੱਚ ਆ। ਤੇ ਅਸੀਂ ਹਰ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਇਹਨਾਂ ਦੀਆਂ ਮਾਈਗ੍ਰੈਂਟਸ ਦੀਆਂ ਮੰਗਾਂ ਨੇ ਉਹਨਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ, ਤੇ ਜੋ ਹੋਰ ਵੀਜ਼ਿਆਂ ਦੇ ਡਿਲੇ ਦੇ ਮਸਲੇ ਆ ਜਾਂ ਰੈਜ਼ੀਡੈਂਸੀ ਦੇ ਮਸਲੇ ਆ ਉਹ ਜਲਦੀ ਸਰਕਾਰ ਨੂੰ ਜਲਦੀ ਜਿਹੜੇ ਹੱਲ ਕਰਨੇ ਚਾਹੀਦੇ ਆ। ਸੋ ਇਸ ਟਾਈਮ ਮੈਨੂੰ ਹਰਮਨਪ੍ਰੀਤ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।